श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। दंडौत बंदन अनक बार सर्ब कला समरथ डोलन ते राखो प्रभु नानक दे कर हाथ। हो आया दूरों चल कै मैं तकी तो सरनाए जियो। मैं आशा रखी चित मह मेरा सबो दुख गवाए जियो। तुम्हारी शरण तुम्हारी आशा तुम ही सजन सहेले। राखो राखनहार दयाला नानक कर के गोले। बाणी गुरु गुरु है बाणी बिच बाणी अमृत सारे। गुर बाणी कहै सेवक जन मानै पर तख गुरु निस्तारे। सो कहो टल गुर सेवियै अहनिस सहज सुभाए। दर्शन परसिया गुरु कै जन्म मरण दुख जाए। होवै सिफत खसामदी नूर अरसो कुरसो झटिया। तुद डिठे सचे पातशाह मल जन्म जन्म दी कटिया। सज्जन सच्चा पातशाह सिर साहंदै साहो। जिस पास बैठिया सोहिया सबना दा बेसाहो। सतनाम श्री वाहिगुरु साहिब जी। श्लोक दखणे महला पंजवा। लगड़िया पिरअन्न पेखंदिया ना तिपतिया। हब मजाहू सो धनी बयाना डिठो कोए। लगड़िया पिरअन्न पेखंदिया ना तिपतिया। हब मजाहू सो धनी बयाना डिठो कोए।
महला पंजवा। कथड़िया संताहा ते सुखाऊ पंदिया। नानक लदड़िया तिनाहा जिना भागम थाहड़ै। महला पंजवा। डूंगर जला थला भूम बना फल कंदरा। पाताला आकाश पूरन हब घटा। नानक पेख जियो इकत सूत परोतिया। पौड़ी। हर जी माता हर जी पिता हर जियो प्रतिपालक। हर जी मेरी सार करे। हम हर के बालक। सहजे सहज खिलाएंदा नहीं करदा आलक। औगण को न चितारदा गल सेती लायक। मोह मंगा सोई देवदा हर पिता सुखदायक। ज्ञान रास नाम धन सौंपयोन। इस सौदे लायक। सांझी गुर नाल बहालिया सर्ब सुख पायक। मैं नालो कदे न बिछड़ै हर पिता सबना गल्लां लायक। सांझी गुर नाल बहालिया सर्ब सुख पायक। मैं नालो कदे न विछड़ै हर पिता सबना गल्लां लायक। वाहिगुरु जी का खालसा वाहिगुरु जी की फतेह। परम सन्मानयोग जुग हो जुग अटल चवर छतर तख दे मालक। राजान राज भानान भान देवान देव उपमा महान। समर्थ गुरु सर्व शक्तिमान धन धन साहिब श्री गुरु ग्रंथ साहिब सच्चे सतगुरु जी दी पावन पवित्र निघी गोद अंदर जुड़ बैठे गुरु रूप गुरु सवारे सत संगी जनो। आपां सारे ही बड़भागे हाँ जो दशमेश पिता गुरु कलगीधर सतगुरु अमृत के दाते सर्वंस दानी धन धन साहिब श्री गुरु गोबिंद सिंह महाराज जी दी चरण छो धरती महान पवित्र अस्थान
ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਹਾਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਮਾਰੂ ਰਾਗ ਦੇ ਵਿੱਚੋਂ ਦੱਖਣੇ ਦੀ ਵਾਰ ਦੀ ਵਿਚਾਰ ਚੱਲ ਰਹੀ ਹੈ। ਕੱਲ ਵਾਲੀ ਵਿਚਾਰ ਦੇ ਵਿੱਚ 20 ਸ਼ਲੋਕਾਂ ਤੱਕ ਆਪ ਜੀ ਨੇ ਵਿਚਾਰ ਸ਼ਰਵਣ ਕੀਤੀ ਸੀ। ਅੱਜ 21ਵੇਂ ਸ਼ਲੋਕ ਦੁਆਰਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਲੋਕ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅੰਕ 1101 ਤੋਂ ਆਰੰਭ ਹੁੰਦਾ ਹੈ ਤੇ 1102 ਤੇ ਜਾ ਕੇ ਇਸ ਪਾਵਨ ਸ਼ਲੋਕ ਦੀ ਸਮਾਪਤੀ ਹੈ ਤੇ ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦੱਖਣੇ ਮਹੱਲਾ ਪੰਜਵਾ। ਲੱਗੜੀਆ ਪਿਰ ਅੰਨ ਪੇਖੰਦੀਆ ਨਾ ਤਿਪਤੀਆ। ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਦੀਵਾਨ ਸਜੇ ਹੋਏ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਨਤਮਸਤਕ ਹੋ ਕੇ ਜਿੱਥੇ ਜਿੱਥੇ ਥਾਂ ਮਿਲਦੀ ਹੈ ਸੰਗਤਾਂ ਗੁਰੂ ਕੀ ਹਜ਼ੂਰੀ 'ਚ ਬੈਠ ਰਹੀਆਂ ਹਨ ਤੇ ਜਿੱਥੇ ਸੰਗਤਾਂ ਸ਼ਰਧਾ ਭਾਵਨਾ ਦੇ ਸਤਿਗੁਰੂ ਨੂੰ ਸਜਦਾ ਕਰ ਰਹੀਆਂ ਹਨ ਉੱਥੇ ਕੁਝ ਕੁ ਜਗਿਆਸੂ ਸਿੱਖ ਨੇ ਜਿਹੜੇ ਸਤਿਗੁਰਾਂ ਦੇ ਬਿਲਕੁਲ ਨਿਕਟ ਵਰਤੀ ਹਨ। ਉਹ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਦੇ ਹਨ ਤੇ ਮਨ 'ਚ ਕੋਈ ਨਾ ਕੋਈ ਸਵਾਲ ਰੱਖਦੇ ਨੇ। ਵਿਚਾਰ ਆਉਂਦੀ ਮਨ ਦੇ ਵਿੱਚ ਕਿ ਇਹ ਜਿਹੜੀ ਵਿਚਾਰ ਹੈ ਇਹ ਸਵਾਲ ਹੈ, ਇਸ ਸਵਾਲ ਦਾ ਮੈਨੂੰ ਉੱਤਰ ਨਹੀਂ ਮਿਲ ਰਿਹਾ। ਮੈਂ ਇਸ ਸਵਾਲ ਦਾ ਉੱਤਰ ਮੈਂ ਆਪਣੇ ਗੁਰੂ ਪਾਸੋਂ ਲੱਭਣਾ ਕਰਾਂ, ਆਪਣੇ ਗੁਰੂ ਨੂੰ ਪੁੱਛਾਂ। ਮੇਰਾ ਗੁਰੂ ਹੀ ਇਸ ਸਵਾਲ ਦਾ ਉੱਤਰ ਦੇ ਸਕਦਾ ਹੈ। ਤੇ ਉਹ ਜਗਿਆਸੂ ਜਨ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਦੀਵਾਨਾਂ ਵਿੱਚ ਇਹ ਬਚਨ ਕੀਤੇ ਕਿ ਜਿਹੜੇ ਪ੍ਰਭੂ ਦੇ ਪਿਆਰੇ ਨਾਮ ਰਸੀਏ ਹਨ, ਜਦੋਂ ਉਹਨਾਂ ਦੀ ਬਿਰਤੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ ਫਿਰ ਉਹ ਸਾਸ ਗਰਾਸ ਦੁਆਰਾ ਉਸ ਮਾਲਕ ਦਾ ਸਿਮਰਨ ਕਰਦੇ ਹਨ, ਕਦੇ ਵੀ ਉਸ ਮਾਲਕ ਨੂੰ ਵਿਸਾਰਦੇ ਨਹੀਂ ਹਨ। ਤੇ ਸਤਿਗੁਰੂ ਮਹਾਰਾਜ ਨੂੰ ਪੁੱਛਿਆ, ਕਹਿਣ ਲੱਗੇ ਕਿ ਪਾਤਸ਼ਾਹ ਜੀ ਆਪ ਜੀ ਨੇ ਵਚਨ ਕੀਤੇ ਹਨ ਤੇ ਕਿਰਪਾ ਕਰਕੇ ਦੱਸੋ, ਜਦੋਂ ਇੱਕ ਵਾਰੀ ਪ੍ਰਭੂ ਦਾ ਪਿਆਰਾ ਉਸ ਮਾਲਕ ਦੀ ਆਰਾਧਨਾ ਕਰਦਾ, ਇੱਕਮਿਕ ਹੋ ਜਾਂਦਾ,
ਤੇ ਮਾਨੋ ਮਾਲਕ ਦੇ ਦਰਸ਼ਨ ਦੀਦਾਰੇ, ਖੁੱਲੇ ਦਰਸ਼ਨ ਦੀਦਾਰੇ ਉਸ ਪ੍ਰਭੂ ਦੇ ਪਿਆਰੇ ਨੂੰ ਹੋ ਗਏ। ਪ੍ਰਭੂ ਨੂੰ ਜੋ ਪ੍ਰਭੂ ਦੇ ਪਿਆਰ ਨੂੰ, ਪ੍ਰਭੂ ਦੇ ਦੀਦਾਰ ਹੋਏ ਕਿ ਪ੍ਰਭੂ ਦਾ ਪਿਆਰਾ ਫਿਰ ਤ੍ਰਿਪਤ ਜਾਂਦਾ ਹੈ। ਕਿੰਨਾ ਕੁ ਸਮਾਂ ਦਰਸ਼ਨ ਦੀਦਾਰੇ ਕਰਦਾ ਹੈ, ਕਿੰਨਾ ਕੁ ਸਮਾਂ ਦਰਸ਼ਨ ਦੀਦਾਰੇ ਕਰ ਲੈਂਦਾ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਭਾਈ, ਜਦੋਂ ਇੱਕ ਵਾਰੀ ਦੀਦਾਰ ਹੋ ਜਾਣ ਨਾ ਮਾਲਕ ਦੇ, ਕਹਿੰਦੇ ਫਿਰ ਉਹ ਨੇਤਰ ਜਿਹੜੇ ਨੇ ਤ੍ਰਿਪਤ ਨਹੀਂ ਹੁੰਦੇ, ਰੱਜਦੇ ਨਹੀਂ ਹਨ। ਲੱਗੜੀਆਂ ਪ੍ਰਿਅਨ, ਪ੍ਰਿਅਨ ਕਹਿੰਦੇ ਨੇ ਪਤੀ, ਜਿਨ੍ਹਾਂ ਦੇ ਨੇਤਰ ਅੱਖੀਆਂ ਪ੍ਰਿਅਨ ਪਤੀ ਪਰਮੇਸ਼ਰ ਦੇ ਵਿੱਚ ਲੱਗ ਗਈਆਂ, ਕਹਿੰਦੇ ਫਿਰ ਪੇਖੰਦੀਆਂ ਨਾ ਤਿਪਤੀਆਂ। ਉਹ ਮਾਲਕ ਪ੍ਰਭੂ ਨੂੰ ਪੇਖਦੀਆਂ ਹਨ। ਉਹ ਨੇਤਰ ਜੀਵ ਇਸਤਰੀਆਂ, ਕਹਿੰਦੇ ਉਹ ਜੀਵ ਇਸਤਰੀਆਂ ਫਿਰ ਤਿਪਤੀਆਂ ਨਾ ਤ੍ਰਿਪਤ ਨਹੀਂ ਹੁੰਦੀਆਂ, ਰੱਜਦੀਆਂ ਨਹੀਂ ਹਨ। ਉਹ ਵਾਰ-ਵਾਰ ਆਪਣੇ ਮਾਲਕ ਨੂੰ, ਇਸ਼ਟ ਨੂੰ ਦੇਖਦੀਆਂ ਰਹਿੰਦੀਆਂ ਨੇ, ਕਿਉਂਕਿ ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਨੇ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਅਵਸਥਾ ਬਣ ਗਈ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਅਥਾਹ ਪ੍ਰੇਮ ਕਰਦੇ ਨੇ। ਤੇ ਭਾਈ ਨੰਦ ਲਾਲ ਜੀ ਨੂੰ ਪੁੱਛ ਲਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਕਿੱਥੇ ਕਿੱਥੇ ਦੇਖਦੇ ਹੋ, ਕਿੰਨਾ ਕੁ ਨੇੜੇ ਜਾਣਦੇ ਹੋ। ਤੇ ਭਾਈ ਨੰਦ ਲਾਲ ਜੀ ਕਹਿੰਦੇ ਸਾਰਿਆਂ ਦੇ ਵਿੱਚ, ਹਰੇਕ ਰੂਹ ਦੇ ਵਿੱਚ, ਹਰੇਕ ਜਿਸਮ ਦੇ ਵਿੱਚ ਮੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖਾਈ ਦਿੰਦਾ ਹੈ। ਜਿੰਨੇ ਵੀ ਸੰਸਾਰ ਦੇ ਨੂਰ ਨੇ, ਜਿੰਨੀ ਬਨਾਸਪਤੀ ਬਣੀ ਹੈ, ਹਰ ਚਸ਼ਮੇ ਦੇ ਵਿੱਚ ਮੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖਾਈ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੀ ਨੂਰ ਹੀ ਸਾਰਿਆਂ ਦੇ ਵਿੱਚ ਹੈ। ਇਹ ਅਵਸਥਾ ਬਣ ਜਾਂਦੀ ਜਦੋਂ ਪ੍ਰਭੂ ਦਾ ਪਿਆਰਾ ਪ੍ਰਭੂ ਦੀ ਆਰਾਧਨਾ ਕਰਦਾ, ਤੇ ਫਿਰ ਆਰਾਧਨਾ ਕਰਕੇ ਉਸ ਮਾਲਕ ਵਿੱਚ ਭੇਦ ਹੋ ਜਾਂਦਾ। ਫਿਰ ਆਪਣੇ ਅੰਤਰੀਵ ਨੇਤਰਾਂ, ਇੱਕ ਬਾਹਜ ਨੇਤਰ ਨੇ ਜਿਨ੍ਹਾਂ ਰਾਹੀਂ ਆਪਾਂ ਸੰਸਾਰ ਨੂੰ ਦੇਖਦੇ ਹਾਂ। ਇੱਕ ਗੁਰਮੁਖਾਂ ਦੇ ਗਿਆਨਵਾਨ ਪੁਰਸ਼ਾਂ ਦੇ ਅੰਤਰੀਵ ਨੇਤਰ ਹੁੰਦੇ ਨੇ, ਜਿਨ੍ਹਾਂ ਅੰਤਰੀਵ ਨੇਤਰਾਂ ਦੇ ਰਾਹੀਂ ਫਿਰ ਉਹ ਸਾਰੇ ਸੰਸਾਰ ਦੇ ਵਿੱਚ ਇੱਕ ਨਿਰੰਕਾਰ ਨੂੰ ਦੇਖਦੇ। ਨਿਰੰਕਾਰ ਤੋਂ ਬਿਨਾਂ ਦੂਜਾ ਦਿਖਾਈ ਨਹੀਂ ਦਿੰਦਾ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ। ਜਦੋਂ ਗੁਰੂ ਦੀ ਪ੍ਰਸਾਦ ਕਿਰਪਾ ਹੋਈ ਨਾ, ਗੁਰ ਪ੍ਰਸਾਦੀ ਬੁਝਿਆ, ਗੁਰੂ ਦੀ ਪ੍ਰਸਾਦ ਕਿਰਪਾ ਰਾਹੀਂ ਜਾਣ ਲਿਆ, ਅਵਸਥਾ ਬਣ ਗਈ। ਫਿਰ ਕੀ ਹੋਇਆ? ਜਾ ਵੇਖਾ ਹਰ ਇੱਕ ਹੈ। ਜਦੋਂ ਵੇਖਦਾ ਤੇ ਸਾਰੀਆਂ ਥਾਵਾਂ ਤੇ ਇੱਕ ਹਰੀ ਹੀ ਦਿਖਾਈ ਦਿੰਦਾ ਹੈ। ਫਿਰ ਭਗਤ ਨਾਮਦੇਵ ਮਹਾਰਾਜ ਵਾਂਗ ਕਹਿੰਦੇ ਨੇ, ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਇਸ ਲੋਕ ਵਿੱਚ ਵੀ ਬੀਠਲ, ਉਸ ਲੋਕ ਵਿੱਚ ਵੀ ਬੀਠਲ। ਜਿੱਧਰ ਮੈਂ ਦੇਖਦਾ ਮੈਨੂੰ ਬੀਠਲ ਮਹਾਰਾਸ਼ਟਰ ਦੀ ਬੋਲੀ ਹੈ। ਭਗਵਾਨ ਮੇਰਾ ਠਾਕੁਰ ਕਹਿੰਦੇ ਉਹ ਮਾਲਕ ਹੀ ਦਿਖਾਈ ਦਿੰਦਾ। ਮਾਲਕ ਤੋਂ ਬਿਨਾਂ ਮੈਨੂੰ ਹੋਰ ਕੋਈ ਨਹੀਂ ਦਿਖਦਾ। ਉਹ ਤੋਂ ਬਿਨਾਂ ਸੰਸਾਰ ਹੀ ਨਹੀਂ ਹੈ। ਉਹਨੇ ਹੀ ਖੇਡ ਬਣਾਈ ਹੋਈ ਹੈ। ਖੇਡ ਪੈਦਾ ਵੀ ਆਪ ਕਰਦਾ ਹੈ ਤੇ ਗੁਰੂ ਸਾਹਿਬ ਖੇਡ ਨੂੰ ਸਮੇਟਦਾ ਵੀ ਆਪ, ਖਤਮ ਵੀ ਆਪ ਹੀ ਕਰਦਾ ਹੈ। ਤੇ ਰੱਬ ਦੇ ਪਿਆਰਿਆਂ ਦੇ ਨੇਤਰ ਜਿਹੜੇ ਨੇ ਨਾ, ਉਹ ਤ੍ਰਿਪਤ ਨਹੀਂ ਹੁੰਦੇ, ਉਹ ਰੱਜਦੇ ਨਹੀਂ। ਉਹ ਦਿਨ ਰਾਤ ਮਾਲਕ ਦੀ ਆਰਾਧਨਾ ਕਰਦੇ, ਆਪਣੇ ਪ੍ਰਭੂ ਦੇ ਦੀਦਾਰ ਕਰਦੇ ਤੇ ਪ੍ਰਭੂ ਵਿੱਚ ਹੀ ਭੇਦ ਹੋ ਜਾਂਦੇ ਨੇ। ਜਿਵੇਂ ਸਤਿਗੁਰੂ ਮਹਾਰਾਜ ਦੇ ਬਚਨਾਂ ਪੜ੍ਹਦੇ ਨਾ, ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਦੇ ਸੰਦਣਿਆ ਦੁਰਮਤ ਬੰਝੈ, ਮਿੱਤਰ ਅਸਾਡੜੇ ਸੇਈ। ਕਹਿੰਦੇ ਜਿਨ੍ਹਾਂ ਦੇ ਦਰਸ਼ਨ ਦੀਦਾਰੇ ਕਰਨ ਨਾਲ ਸਾਡੀ ਖੋਟੀ ਮੱਤ ਖਤਮ ਹੋ ਜਾਵੇ।
ਕਹਿੰਦੇ ਉਹ ਸਾਡੇ ਮਿੱਤਰ ਹਨ। ਉਹ ਕੌਣ ਨੇ? ਗੁਰਮੁਖ ਪਿਆਰੇ, ਰੱਬ ਦੇ ਪਿਆਰੇ ਸੰਤ ਮਹਾਂਪੁਰਖ, ਜਿਹੜੇ ਕਮਾਈ ਕਰਨ ਵਾਲੇ, ਜਾਂ ਸਾਡੇ ਗੁਰੂ ਸਾਹਿਬਾਨ ਜੀ। ਗੁਰੂ ਸਾਹਿਬਾਨ ਦੇ ਆਪਾਂ ਦਰਸ਼ਨ ਦੀਦਾਰੇ ਕਰੀਏ ਨਾ, ਤੇ ਬਾਕੀ ਸਾਡੀ ਦੁਰਮਤ ਖੋਟੀ ਮਤ ਸਾਡੀ ਖਤਮ ਹੁੰਦੀ ਹੈ। ਤੇ ਗੁਰੂ ਹੀ ਸਾਡਾ ਮਿੱਤਰ ਹੈ। ਰੱਬ ਦੇ ਪਿਆਰੇ ਗੁਰਮੁਖ ਜਨ ਸਾਡੇ ਮਿੱਤਰ, ਸੰਤ ਮਹਾਂਪੁਰਖ ਮਿੱਤਰ ਨੇ। ਇਸ ਕਰਕੇ ਗੁਰੂ ਸਵਾਰਿਓ, ਪਰ ਸਤਿਗੁਰੂ ਕਹਿੰਦੇ ਹੈ ਬਿਰਲੇ ਹਨ ਸੰਸਾਰ ਵਿੱਚ, ਬਹੁਤੇ ਨਹੀਂ ਹਨ। ਜਦੋਂ ਰੱਬ ਦੇ ਪਿਆਰਿਆਂ ਦੀ ਆਪਾਂ ਗਿਣਤੀ ਕਰੀਏ ਨਾ, ਤੇ ਉਂਗਲਾਂ ਉੱਤੇ ਗਿਣਤੀ ਕੀਤੀ ਜਾ ਸਕਦੀ ਹੈ ਕਿ ਇੰਨੇ ਕੁ ਮਹਾਂਪੁਰਖ ਹੋਏ ਨੇ। ਪਰ ਜਦੋਂ ਪਾਪੀਆਂ ਦੀ ਗਿਣਤੀ ਕੀਤੀ ਜਾਵੇ, ਅਹੰਕਾਰੀ ਪੁਰਸ਼ਾਂ ਦੀ ਗਿਣਤੀ ਕੀਤੀ ਜਾਵੇ, ਜ਼ਿੰਦਗੀ ਸਾਡੀ ਮੁੱਕ ਜਾਏ, ਗਿਣਤੀ ਨਹੀਂ ਮੁੱਕੇਗੀ ਗੁਰੂ ਸਵਾਰਿਓ। ਇਸ ਕਰਕੇ ਗੁਰਦੇਵ ਪਿਤਾ ਜੀ ਬਚਨ ਕਰਦੇ ਹਨ, ਕਹਿੰਦੇ ਭਾਈ ਉਹ ਅੱਖੀਆਂ ਤ੍ਰਿਪਤ ਨਹੀਂ ਹੁੰਦੀਆਂ ਜਦੋਂ ਅੱਖੀਆਂ ਦੇ ਨਾਹੀਂ ਆਪਣੇ ਪਿਰ ਪਤੀ ਪਰਮੇਸ਼ਰ ਨੂੰ ਜੀਵ ਇਸਤਰੀ ਦੇਖ ਲੈਂਦੀ ਹੈ। ਉਹ ਰੱਜਦੀਆਂ ਨਹੀਂ ਹਨ, ਕਿਉਂਕਿ ਉਹਨਾਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ, ਚਾਅ ਪੈਦਾ ਹੁੰਦਾ ਹੈ। ਉਹ ਕਿਸ ਤਰੀਕੇ ਨਾਲ ਦੇਖਦੇ ਨੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਅੰਦਰ ਇਹੋ ਜਿਹਾ ਉਤਸ਼ਾਹ ਪੈਦਾ ਹੁੰਦਾ ਕਿ ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਉਹਨਾਂ ਦੇ ਨੇਤਰ ਜਿਹੜੇ ਨਾ ਤਰਸਦੇ ਨੇ ਹਰ ਸਮੇਂ। ਇਹ ਮਨ 'ਚ ਤਾਂਘ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਸਾਨੂੰ ਕਦੋਂ ਪ੍ਰਭੂ ਦੇ ਪਰਮਾਤਮਾ ਦੇ ਦੀਦਾਰ ਦਰਸ਼ਨ ਹੋ ਜਾਣ। ਜਦੋਂ ਦਰਸ਼ਨ ਹੋ ਜਾਂਦੇ ਫਿਰ ਉਹ ਤ੍ਰਿਪਤ ਨਹੀਂ ਹੁੰਦੇ, ਉਹ ਵਾਰ-ਵਾਰ ਆਪਣੇ ਇਸ਼ਟ ਆਪਣੇ ਮਾਲਕ ਨੂੰ ਤੱਕਦੇ ਨੇ। ਜਿਵੇਂ ਆਪਾਂ ਨਿਤ ਦਾ ਨਿਯਮ ਨਿਭਾਉਂਦੇ ਹਾਂ, ਗੁਰਬਾਣੀ ਪੜ੍ਹਦੇ, ਅੰਮ੍ਰਿਤ ਵੇਲੇ ਉੱਠਣਾ, ਸਿਮਰਨ ਕਰਨਾ, ਇਸ ਤਰੀਕੇ ਨਾਲ ਆਪਾਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ ਕਿ ਸਾਡਾ ਗੁਰੂ ਸਾਡੇ ਕੋਲ ਬੈਠਾ ਹੋਇਆ, ਅਸੀਂ ਬਾਣੀ ਪੜ੍ਹਦੇ ਹਾਂ ਅਤੇ ਗੁਰੂ ਨੂੰ ਬਾਣੀ ਸੁਣਾ ਰਹੇ ਹਾਂ। ਵਾਹਿਗੁਰੂ ਵਾਹਿਗੁਰੂ ਆਖ ਰਹੇ ਹਾਂ, ਇਹ ਸੁਣਾ ਕਿਹਨੂੰ ਰਹੇ ਹਨ? ਗੁਰੂ ਨੂੰ ਸੁਣਾ ਰਹੇ ਹਾਂ। ਜਦੋਂ ਗੁਰੂ ਸਰ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਪੜ੍ਹਦੇ ਜਾਵਾਂਗੇ, ਸਿਮਰਨ ਕਰਦੇ ਜਾਵਾਂਗੇ, ਇੱਕ ਦਿਨ ਸਮਾਂ ਐਸਾ ਆਵੇਗਾ ਕਿ ਜਿਸ ਪਰਮੇਸ਼ਰ ਨੂੰ ਆਪਾਂ ਥਾਵਾਂ ਥਾਵਾਂ 'ਤੇ ਲੱਭਦੇ ਫਿਰਦੇ ਹਾਂ ਨਾ, ਉਹ ਪਰਮੇਸ਼ਰ ਫਿਰ ਬੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਢੇ, ਸਾਨੂੰ ਹਿਰਦੇ ਦੇ ਵਿੱਚ ਪ੍ਰਾਪਤ ਹੋ ਜਾਵੇਗਾ। ਗੁਰਬਾਣੀ ਦੇ ਵਿੱਚ ਆਪਾਂ ਸਤਿਗੁਰੂ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਨਾ, ਸਤਿਗੁਰੂ ਕਹਿੰਦੇ ਨੇ ਉਮਕਿਓ ਹਿਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ, ਸੁਣਤ ਸੰਦੇਸਰੋ ਪ੍ਰੇ ਗ੍ਰਹਿ ਸੇਜ ਬਿਛਾਈ, ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ, ਇਨ ਬਿਦ ਹੀਰੋ ਧੀਰੈ ਨਿਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ। ਪੰਜਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਨੇ, ਕਹਿੰਦੇ ਜਦੋਂ ਮੇਰੇ ਹਿਰਦੇ ਅੰਦਰ ਤਾਂਘ ਪੈਦਾ ਹੋਈ, ਤੜਫ ਪੈਦਾ ਹੋਈ ਕਿ ਮੈਂ ਪ੍ਰਭੂ ਨੂੰ ਮਿਲਾਂ, ਮੈਂ ਗੁਰੂ ਨੂੰ ਮਿਲਾਂ, ਕਹਿੰਦੇ ਫਿਰ ਜੀਵੀ ਇਸਤਰੀ ਤੁਰ ਪਈ, ਥਾਵਾਂ ਥਾਵਾਂ 'ਤੇ ਲੱਭਣ ਲੱਗ ਗਏ। ਜੰਗਲ ਵਿੱਚ ਚਲੀ ਗਈ, ਪਹਾੜਾਂ ਉੱਤੇ ਚਲੀ ਗਈ, ਕਦੇ ਤੀਰਥ ਯਾਤਰਾ ਉੱਤੇ ਚਲੀ ਗਈ, ਕਦੇ ਤਪੋਨ ਦਾਨ ਇਤਿਆਦਿਕ ਦੇ ਕਰਮ ਕਰਨ ਲੱਗ ਪਈ ਕਿ ਸ਼ਾਇਦ ਮੈਨੂੰ ਮੇਰਾ ਪਤੀ ਪਰਮੇਸ਼ਰ ਇਸ ਤਰੀਕੇ ਨਾਲ ਮਿਲ ਜਾਵੇ। ਖੋਜਤ ਚਰਿਓ ਦੇਖੋ ਪ੍ਰਿਆ ਜਾਏ, ਤਾਂ ਕਿ ਮੈਂ ਪਿਆਰੇ ਪਤੀ ਪਰਮੇਸ਼ਰ ਨੂੰ ਦੇਖ ਲਵਾਂ। ਪਰ ਹੋਇਆ ਕੀ ਹੈ? ਇਨ ਬਿਦ ਹੀਰੋ ਧੀਰਨ ਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ। ਕਹਿੰਦੇ ਆਪਣੇ ਪਤੀ ਨੂੰ ਦੇਖਣ ਲਈ ਲੱਭ ਤੁਰ ਪਈ ਹੈ। ਤੇ ਗੁਰੂ ਸਵਾਰੇ ਫਿਰ ਅਖੀਰ ਤੇ ਜਦੋਂ ਸਮਾਂ ਆਇਆ, ਇਹੋ ਜਿਹੀ ਅਵਸਥਾ ਬਣੀ ਜਦੋਂ ਮਨ 'ਚ ਇਹ ਤੜਫ ਪੈਦਾ ਹੋ ਗਈ ਕਿ ਨਹੀਂ, ਪਿਆਰੇ ਨੂੰ ਮਿਲਣਾ ਹੀ ਹੈ, ਬਸ ਜੋ ਮਰਜ਼ੀ ਹੋ ਜਾਵੇ ਪਿਆਰੇ ਨੂੰ ਪ੍ਰਾਪਤ ਕਰਨਾ ਹੀ ਹੈ। ਫਿਰ ਪਿਆਰੇ ਦੀ ਭਾਲ ਵਿੱਚ ਥਾਵਾਂ ਥਾਵਾਂ 'ਤੇ ਲੱਭਦੇ ਰਹੀ। ਜਦੋਂ ਆਪਣੇ ਹਿਰਦੇ ਅੰਦਰ ਝਾਤ ਮਾਰਨਾ ਕੀਤੀ, ਆਪਣੇ ਹਿਰਦੇ ਅੰਦਰ ਦੇਖਿਆ ਕਿ ਪਿਆਰਾ ਪਤੀ ਕਿਤੇ ਬਾਹਰ ਨਹੀਂ ਹੈ,
प्यारा पति तो अंदर ही है। अंदरों ही फिर प्राप्ति हुई। ਜਦੋਂ ਆਪਾਂ ਇਤਿਹਾਸ पढ़ते हैं, इतिहास बहुत सारिया सानू साखियां प्राप्त ਹੁੰਦੀਆਂ ਨੇ। भगत नाम दे सहबान दे जीवन संबंधी ये गथावां प्रसिद्ध ने कि भगत नाम दे सहबान जिन्हों 72 वारी परमेश्वर दे दर्शन दीदारे होए ने। पर जो गुरबाणी पढ़ते हैं ना, गुरबाणी विच भगत नाम दे सहबान की पावन बाणी तो पता लगता कि 72 बार नहीं, ये 72 बार तो ये गलत है। क्योंकि भगत नाम दे सहबान की अवस्था इहो जी बन चुकी सी, उन्होंने सारियां दे विच ही एक परमात्मा वाहिगुरू नज़र आउंदा सी। वो हर समय अपने नेत्रां दे राही सारियां थावां ते एक प्रभु नूं देखते सन। इस करके 72 बार जिहड़े कह देना कि दर्शन दारे, हाँ वो वखरी गल है। जिहड़े भगत नाम दे जीवन स्थिति खेडां वरतियां ने कि जो विपता आई है तो परमेश्वर ने सहायता की आके, तो वो खेडां उदों सखियात रूप में परमात्मा प्रगट होके अपने प्यारे भगतां की रखिया जरूर करता है। जिवें आपां देखो, जे नाम दे सहबान जैसे हैं, कबीर साहबान जैसे हैं, होर भगतां ने परमात्मा की इबादत की, वडियाई की है, तो दुनिया दे विच फिर इहो जे गुरमुखां नूं सन्मान मिलिया, तो साडे गुरु साहबान जी ने उस्तत की है, वडियाई की है। सतगुरु महाराज दे आपां बचन पढ़ते हैं ना कि नामा शींबा कबीर जुलाहा, पूरे गुर ते गत पाई, ब्रह्म के बेते शब्द पछाणै, होमै जात गवाई, सुर नर तिन की बाणी गावै, कोई न मेटै भाई। पंजवें पातशाह महाराज दे बचन ने कहते, देखो नामदेव शींबा जाति नाल संबंधित सी। कबीर साहबान जी जिहड़े जुलाहा जाति नाल संबंधित सी, कहते पूरे गुरु दे लड़ लग गए। पूरे गुरु दे लड़ लगन कर गत मुक्ति प्राप्त कर लई। कहते एडी वड्डी बख्शिश होई पूरे गुरु दे लड़ लगन करके, जिवें गुरु ने आखिया गुरु दे उपदेश अनुसार अपने जीवन च कमाई करन लग पे। कहते अज अवस्था इहो जी बन गई, ब्रह्म के बेते शब्द पछाणै। बेते कहते जानन वाले, कि ब्रह्म नूं जानन वाले बन गए, ब्रह्म विच एकमिक हो गए। ब्रह्म कहते परमेश्वर नूं, कि परमेश्वर विच एकमिक हो गए, वाहिगुरू विच ही लीन हो गए। कहते एक किवें कीता? कहते गुरु दे शब्द नाल जुड़न करके ही कहते एक ब्रह्म नूं परमेश्वर नूं जानना कीता। अज अवस्था कैसी बनी है? कहते सुर नर तिन की बाणी गावै, कोई न मेटै भाई। अज गा रहे ना, सुर देवते भी गाउंदे ने, मनुख भी गाउंदे हन। रहिंदी दुनिया तक गुरु ग्रंथ साहिब महाराज हन, ते रहिंदी दुनिया तक ही इन्हां भगत साहबानां दी बाणी गुरु ग्रंथ साहिब महाराज दर्ज है, ते ये बाणी दा गहण हुंदा रहेगा। जिहड़े आप निरंकार हन पंजवें पातशाह महाराज, वो इन्हां दी महिमा वडियाई कथन करते हैं। समझाया सानू कि भाई जे तुसी भी कमाई करोगे, वडियाई करोगे परमेश्वर दी, तो परमेश्वर का जस करदे तुहाडी भी अवस्था इहो जी बन सकती है। नाम जपण दे विच गुरु सवारियो फिर इहो जिहियां जीवन नूं उपाधियां प्राप्त हुंदियां हन। जदों फिर प्रभु दे प्यारे नूं परमेश्वर दे दीदार हुंदे हन, जिन्हां दियां नेत्र अखियां कहते मालक फिर पति परमेश्वर दे चरणां च लग जांदियां ने, फिर कहते पे खंदियां ना तिपतियां। वो बार बार नेत्र जिहड़े वेखदे रहिंदे ने, वो कदे तृप्त नहीं हुंदे, रजदे नहीं हन। हब मझाहू सो धनी, ब्या ना डिठो कोए हब।
ਮਝਾਹੂ ਸਾਰਿਆਂ ਦੇ ਵਿੱਚ, ਕਿ ਸਾਰੇ ਜਿੰਨੇ ਵੀ ਜੀਵ ਹਨ ਸਾਰਿਆਂ ਦੇ ਵਿੱਚ ਉਹ ਧਣੀ ਪਰਮੇਸ਼ਰ ਵਾਹਿਗੁਰੂ ਹੈ। ਸਾਰੇ ਸੰਸਾਰ ਵਿੱਚ ਮੈਂ ਦੇਖਣਾ ਕੀਤਾ ਕਿ ਪਰਮੇਸ਼ਰ ਵਾਹਿਗੁਰੂ ਹੀ ਸਾਰਿਆਂ ਸਮਾਇਆ ਹੋਇਆ। ਕਹਿੰਦੇ ਉਹ ਤੋਂ ਵੱਡਾ ਕਹਿੰਦੇ ਕੋਈ ਹੋਰ ਨਹੀਂ ਹੈ, ਉਹਦੀ ਬਰੋਬਰਤਾ ਕਰਨ ਵਾਲਾ ਕੋਈ ਹੋਰ ਨਹੀਂ ਹੈ। ਬਿਆਨ ਡਿੱਠੋ ਕੋਈ ਉਹਦੇ ਜੈਸਾ ਕੋਈ ਹੋਰ ਨਹੀਂ, ਕਿਉਂਕਿ ਉਹ ਮਾਲਕ ਪ੍ਰਭੂ ਹੀ ਸਭ ਤੋਂ ਵੱਡਾ ਹੈ, ਜਿਹਦੀ ਗੁਰੂ ਸਾਹਿਬ ਬਰਾਬਰਤਾ ਕੋਈ ਨਹੀਂ ਕਰ ਸਕਦਾ ਹੈ। ਜੇ ਕੋਈ ਜੀਵ ਸੋਚੇ ਨਾ ਕਿ ਮੈਂ ਮਾਲਕ ਦੀ ਬਰੋਬਰਤਾ ਕਰ ਲਵਾਂਗਾ ਵਾਹਿਗੁਰੂ ਦੇ ਵਿੱਚ, ਮੈਂ ਜਿਹਨੂੰ ਗੁਰੂ ਕੁਝ ਕੁ ਗੁਣਾਂ ਦੀ ਸੋਝੀ ਆ ਜਾ ਗਿਆਨ ਪ੍ਰਾਪਤ ਹੋ ਜਾਵੇ, ਤੇ ਕਈ ਜੀਵ ਇਸ ਤਰ੍ਹਾਂ ਸੋਚਦੇ ਨੇ ਕਿ ਮੈਂ ਰੱਬ ਦੇ ਬਰਾਬਰ ਹੋ ਗਿਆ ਹਾਂ। ਕਦੇ ਵੀ ਪਰਮਾਤਮਾ ਦੀ ਵਾਹਿਗੁਰੂ ਦੀ ਬਰੋਬਰਤਾ ਕਰਨ ਦੀ ਕੋਸ਼ਿਸ਼ ਨਾ ਕਰੋ। ਜੇ ਪਰਮਾਤਮਾ ਨੇ ਗੁਰੂ ਸਾਹਿਬਾਨ ਨੇ 4 ਕੁ ਗੁਣ ਸਾਨੂੰ ਬਖਸ਼ਿਸ਼ ਕੀਤੇ ਨੇ ਨਾ, ਉਹਨਾਂ ਗੁਣਾਂ ਦਾ ਧਾਰਨੀ ਬਣ ਕੇ ਆਪਾਂ ਪਰਮਾਤਮਾ ਦੇ ਸ਼ੁਕਰ ਕਰੀਏ, ਧੰਨਵਾਦ ਕਰੀਏ ਕਿ ਮਾਲਕ ਜੀ ਤੁਸਾਂ ਨੇ ਸਾਡੇ ਉੱਤੇ ਕਿਰਪਾ ਕਰਕੇ, ਮੈਂ ਤਾਂ ਔਗੁਣਾਂ ਦਾ ਭਰਿਆ ਹੋਇਆ ਹਾਂ, ਪਰ ਆਪ ਜੀ ਨੇ ਮੈਨੂੰ ਸ਼ੁਭ ਗੁਣ ਬਖਸ਼ਿਸ਼ ਕੀਤੇ ਨੇ। ਤੇ ਇਸ ਕਰਕੇ ਜਦੋਂ ਅਸੀਂ ਇਸ ਤਰੀਕੇ ਨਾਲ ਆਪਾਂ ਵਾਹਿਗੁਰੂ ਦਾ ਸ਼ੁਕਰ ਕਰਾਂਗੇ ਨਾ, ਫਿਰ ਸਾਡੇ ਅੰਦਰ ਮਾਣ ਨਹੀਂ ਆ ਸਕੇਗਾ। ਤੇ ਅਸੀਂ ਫਿਰ ਨਿਮਰਤਾ, ਜਦੋਂ ਨਿਮਰਤਾ ਸਾਡੇ ਮਨ 'ਚ ਰਹੇਗੀ ਤੇ ਪਰਮਾਤਮਾ ਨੇ ਆਪਣੇ ਆਪ ਹੀ ਸਾਡੇ ਉੱਤੇ ਬਖਸ਼ਿਸ਼ ਕਰਨੀ ਹੈ। ਤੇ ਸਤਿਗੁਰੂ ਕਹਿੰਦੇ ਸਾਰੇ ਸੰਸਾਰ 'ਚ ਵੇਖਿਆ, ਕਹਿੰਦੇ ਉਸ ਸਾਰਿਆਂ ਦੇ ਵਿੱਚ ਦੇਖਣਾ ਕੀਤਾ, ਕਹਿੰਦੇ ਪਰਮਾਤਮਾ ਤੋਂ ਬਿਨਾਂ ਉਹਦੇ ਜੈਸਾ ਮਾਲਕ ਵੱਡਾ ਕੋਈ ਨਹੀਂ ਹੈ, ਉਹਦੀ ਬਰੋਬਰਤਾ ਕੋਈ ਕਰਨ ਵਾਲਾ ਨਹੀਂ ਹੈ। ਮਹੱਲਾ ਪੰਜਵਾ। ਕਥੜੀਆ ਸੰਤਾਹਾ ਪੇਖੰਦੀਆ ਨਾ ਤਿਪਤੀਆ, ਹਬ ਨਾਨਕ ਲੱਦੜੀਆ ਤਿਨਾਹਾ, ਜਿਨਾ ਭਾਗ ਮਥਾਹੜੈ। ਗੁਰੂ ਪਾਤਸ਼ਾਹ ਜੀ ਅਗਲੇ ਮਹੱਲੇ ਵਿੱਚ ਵਚਨ ਕਰਦੇ ਹਨ। ਕਥੜੀਆ ਸੰਤਾਹ, ਕਥੜੀਆ ਜੋ ਕਥਨ ਕਰਨ ਵਾਲੇ, ਸੰਤਾਹ ਸੰਤ ਜਨ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹਨ, ਆਪਣੇ ਮੁਖੋਂ ਕੋਈ ਬਚਨ ਕਥਨ ਕਰਦੇ ਹਨ ਤੇ ਉਹ ਤੇ ਸੁਖ ਪੰਧਾਊ ਤੇ ਸੁਖਾਊ ਪੰਧੀਆਂ। ਤੇ ਸਤਿਗੁਰੂ ਕਹਿੰਦੇ ਫਿਰ ਉਹ ਜਿਹੜਾ ਅਗਲਾ ਰਸਤਾ ਨਾ ਜੀਵ ਦੇ ਲਈ, ਕਹਿੰਦੇ ਉਹ ਸੁਖੈਨ ਰਸਤਾ ਬਣ ਜਾਂਦਾ ਹੈ। ਜਿਹੜਾ ਉਸ ਰਸਤੇ ਤੇ ਚੱਲਦਾ, ਰੱਬ ਦੇ ਪਿਆਰਿਆਂ ਦੀ ਗੱਲ ਨੂੰ ਮੰਨਦਾ ਹੈ ਤੇ ਪਰਮਾਤਮਾ ਦੀ ਇਬਾਦਤ ਕਰਦਾ, ਤੇ ਉਹਨਾਂ ਨੂੰ ਗੁਰੂ ਸਵਾਰਿਓ ਫਿਰ ਸੁੱਖ ਮਿਲਦੇ ਹਨ। ਭਾਵ ਗੁਰਮੁਖਾਂ ਦੀ ਸੰਗਤ ਕਰਨੀ, ਰੱਬ ਦੇ ਪਿਆਰੇ ਜਿਹੜਾ ਉਹਨਾਂ ਦੇ ਬਚਨਾਂ ਉੱਤੇ ਪਹਿਰਾ ਦੇਣਾ, ਤੇ ਜੀਵਨ ਸਫਲਾ ਹੋ ਜਾਂਦਾ ਹੈ। ਦੇਖੋ ਜੇ ਆਪਾਂ ਮਹਾਂਪੁਰਖਾਂ ਦੀ ਗੱਲ ਕਰੀਏ ਨਾ, ਬਹੁਤ ਸਾਰੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਇਬਾਦਤ ਕੀਤੀ, ਵਾਹਿਗੁਰੂ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਦੇ ਵਿੱਚ ਇਕਮਿਕ ਹੋ ਗਏ। ਕਹਿੰਦੇ ਨੇ ਇੱਕ ਰਾਜਾ ਜਿਹੜਾ ਹੈ ਨਾਸਤਿਕ ਸੁਭਾਅ ਵਾਲਾ ਸੀ, ਕਦੇ ਵੀ ਉਹ ਸਤ ਸੰਗਤ ਵਿੱਚ ਚੱਲ ਕੇ ਨਹੀਂ ਆਇਆ, ਨਾ ਉਹਨੇ ਕਿਸੇ ਮਹਾਂਪੁਰਖਾਂ ਦੀ ਸੰਗਤ ਕੀਤੀ। ਕੁਦਰਤੀ ਤੌਰ ਤੇ ਇੱਕ ਰੱਬ ਦੇ ਪਿਆਰੇ ਪਹੁੰਚੇ ਹੋਏ ਮਹਾਂਪੁਰਖ ਰਾਜੇ ਦੀ ਰਾਜਧਾਨੀ ਵਿੱਚ ਪਹੁੰਚੇ, ਮਹਿਲਾਂ ਦੇ ਕੋਲ ਆ ਕੇ ਡੇਰਾ ਲਾਇਆ, ਸੰਗਤ ਹੋਣ ਲੱਗੀ, ਗੁਰੂ ਦੀਆਂ ਸੰਗਤਾਂ ਆਈਆਂ ਤੇ ਰਾਜੇ ਦੇ ਮਨ 'ਚ ਵੀ ਇਹ ਵਿਚਾਰ ਆਈ ਕਿ ਚਲੋ ਮੈਂ ਵੀ ਅੱਜ ਦਰਸ਼ਨ ਦੀਦਾਰੇ ਕਰਾਂ। ਕਹਿੰਦੇ ਰਾਜਾ ਚੱਲ ਪਿਆ। ਰਾਜੇ ਨੇ ਸਿਰ ਮੱਥਾ ਟੇਕਿਆ, ਸਜਦਾ ਕੀਤਾ, ਤੇ ਉਧਰ ਮਹਾਂਪੁਰਖਾਂ ਦੇ
दरबार विच महापुरख सुते सिद्ध ही मुखों बचन कीते। कहते ने ਜਿਹੜੇ ਨਾਲ ਜਿਹੜੇ ਉਹਨਾਂ ਦੇ ਸੇਵਕ ਸਨ ਉਸ ਸਮੇਂ ਜਿਹੜੇ ਸ਼ਾਸਤਰ ਤਿੱਖੇ ਕਰ ਰਹੇ ਸਨ। ਪਾਣੀ ਪਾ ਕੇ ਜਿਹੜੀ ਕਰਦ ਹੈ ਸਬਜ਼ੀ ਇਤਿਆਦਿਕ ਬਣਾਉਣ ਵਾਸਤੇ ਕੱਟਣ ਵਾਸਤੇ ਪਾਣੀ ਪਾ ਕੇ ਤਿੱਖਾ ਕਰ ਰਹੇ ਸਨ, ਪੱਥਰ ਉੱਤੇ ਘਸਾ ਰਹੇ ਸਨ। ਅਤੇ ਮਹਾਂਪੁਰਖਾਂ ਦੇ ਕੰਨਾਂ 'ਚ ਆਵਾਜ਼ ਪਈ ਅਤੇ ਮਹਾਂਪੁਰਖ ਕਹਿੰਦੇ ਨੇ ਕੂਚੇ ਕੱਚ ਹੈ ਬਹੁਤ ਘਸਾਵੈ ਪੁਨਹ ਲਗਾਵੈ ਪਾਣੀ जिस कारण तू बहुत घसावै सोई बात हम जानी। कूचे काच है बहुत घसावै पुनः लगावै पानी जिस कारण तू बहुत घसावै सोई बात हम जानी। ये महापुरखा ने सुते सिद्धि बचन कीते। हुण राजा अपने महलों चलिया गया। राजे नूं जिन्नी संगत होई है जो महापुरखा ने उत्थे बचन बिलास कीते ने वो तो याद नहीं रहे, पर आ जिहड़ी राजे ने महापुरखा ने अपने मुखों ये पंक्ति बोली, अपने मुखों आखिया कि कूचे काचे बहुत घसावै पुनः लगावै पानी जिस कारण तू बहुत घसावै सोई बात हम जानी। कहते ने ये बोल राजे दे कन्नां विच बार बार गूंजदे रहे ते मुखों यही बोली जावे। समा आया, राजा बीमार हो गया, मंजे उत्ते पै गया। राजे दा इलाज कराउण वास्ते बड़े बड़े वैद सदे गए, हकीम सदे गए। जिहड़ा राजे दा जख्म सी ना वो दिनों दिन वधदा गया। इत्थों तक वैदा हकीमां ने आख दिता कि हुण ये राजा नहीं बचेगा। जिहड़ा दा भरा सी राजे दा, जिहड़ा राजे दे मल्लों पट्टी आके वैद करदा सी, उस वैद नूं खरीदना कीता। कहण लग्या तू मेरे भराता नूं राजे नूं आ उहदे जख्म च जहर पा के दवाई दे बहाने जहर पा दे ते राजे दी मौत होवेगी। ते जदों मौत होवेगी उस तो बाद मैं राजा बनांगा। तैनूं हुण भी मैं माया दे रहा ते बाद विच तैनूं मैं मालों माल कर दिआंगा, तूं फिक्र ना करी। हुण लालच बस हो के उस वैद ने इसे तरीके नाल कीता। कहंदे लालच बस हो के जदों राजे कोल गया उहदे जख्म नूं साफ कीता ते इधर फिर जी छुरी सी ना, जिस छुरी ने जख्म उतों कट्टना सी, उत्तरला जिहड़ा खराब मांस सी कट्टना सी ते गुरु सवारिओ कहंदे ने ये भी छुरी नूं इस तरह तिखी कर रहे आ, रेती उत्ते रख के पानी पा के ना घसा रहे आ। जदों हुण आवाज़ आई उस छुरी दी घस रहे आ ते पत्थर उत्ते आवाज़ आ रही है ते राजे नूं महापुरखां दे वचन याद आ गए। बचन याद आए तो महापुरखों के बचन कहन लग्या ये कूचे काचे बहुत घसावै पुनः लगावै पानी जिस कारण तू बहुत घसावै सोई बात हम जानी। तो राजा सुते सिद्धा आखरे इस तरह। दूजी बारी फिर गुरु सवारे क्या कूचे काचे बहुत घसावै पुनः लगावै पानी जिस कारण तू बहुत घसावै सोई बात हम जानी। कहते इंज आखरे ने ते जिहड़ा हुण वैद सी वैद नाल छुरी नूं तिखी कर रहा, नाले बैर दा जिहड़ा चेहरे दा रंग बदल जा रहा, मन च डर खौफ पैदा हो गया। जो तीजी बारी फिर राजे ने बोलिया ते वैद ने अपनी छुरी रखी, हथ जोड़ के राजे दे अगे खलो गया, चरण पकड़ ले। कहण राजन मैनू खिमा करना करो, मेरा कसूर नहीं है, कसूर मेरा नहीं, मैं लालच बस हो के तुहाडे भराता ने मैनू आखिया सी कि मेरे भराता दे जख्म च जहर पाना कर, तो जहर पावोगे जहर पैण दी मौत होवेगी ते मैं राजा बनांगा, तैनू मैं राजसी वैद बना दियांगा, आ कर दियांगा, तैनू होर इनाम दवांगा। राजे नूं जिस गल दा पता नहीं सी
ਤੇ ਉਹ ਵੀ ਗੱਲ ਪਤਾ ਲੱਗ ਗਈ, ਪਤਾ ਭਰਾ ਦੇ ਖੋਟ ਦਾ ਪਤਾ ਲੱਗ ਗਿਆ ਤੇ ਅੱਜ ਰਾਜੇ ਦੀ ਜਾਨ ਬਚ ਗਈ। ਇੱਕ ਮਹਾਂਪੁਰਖਾਂ ਦਾ ਬਚਨ ਕਮਾਉਣ ਦੇ ਨਾਲ ਤੇ ਉਹਦੀ ਜ਼ਿੰਦਗੀ ਬਚ ਗਈ। ਜੇ ਆਪਾਂ ਗੁਰੂ ਸਵਾਰ ਰੱਬ ਦੇ ਪਿਆਰਿਆਂ ਦੇ ਬਚਨਾਂ ਨੂੰ ਕਮਾ ਲਈਏ, ਜ਼ਿੰਦਗੀ ਦਾ ਗਹਿਣਾ ਬਣਾ ਲਈਏ, ਉਸ ਤਰੀਕੇ ਦੇ ਰਾਹੀਂ ਫਿਰ ਆਪਾਂ ਗੁਰੂ ਗੁਰੂ ਜਪਣਾ ਕਰੀਏ ਤੇ ਸਾਡਾ ਜੀਵਨ ਵੀ ਸਫਲਾ ਹੋ ਸਕਦਾ ਹੈ। ਅਸੀਂ ਵੀ ਜਮਾਂ ਦੀ ਮਾਰ ਤੋਂ ਬਚ ਸਕਦੇ ਹਾਂ। ਸੋ ਸਤਿਗੁਰ ਜੀ ਇੱਥੇ ਬਚਨ ਕਰਦੇ ਹਨ, ਕਹਿੰਦੇ ਕਥੜੀਆ ਸੰਤਾਹ ਤੇ ਸੁਖਾਊ ਪੰਧੀਆਂ। ਜਿਹੜੇ ਰੱਬ ਦੇ ਪਰੇ ਸੰਤ ਜਨ ਆਪਣੇ ਮੁੱਖੋਂ ਕਥੜੀਆਂ ਕਥਨ ਕਰਦੇ ਹਨ, ਬਚਨ ਕਰਦੇ ਹਨ। ਕਹਿੰਦੇ ਉਹ ਬਚਨਾਂ ਨੂੰ ਭਾਈ ਮੰਨਣਾ ਚਾਹੀਦਾ, ਉਹਨਾਂ ਬਚਨਾਂ ਉੱਤੇ ਪਹਿਰਾ ਦੇਣਾ ਚਾਹੀਦਾ, ਕਿਉਂਕਿ ਤੇ ਸੁਖਾਊ ਪੰਧੀਆ। ਪੰਧੀਆਂ ਕਹਿੰਦੇ ਨੇ ਪੰਧ ਮਾਰਗ ਰਸਤਾ, ਅੱਗੋਂ ਕਹਿੰਦੇ ਫਿਰ ਸੁਖੈਨ ਮਾਰਗ ਸੁਖੈਨ ਰਸਤਾ ਪ੍ਰਾਪਤ ਹੋ ਜਾਂਦਾ ਜਿਹੜੇ ਰੱਬ ਦੇ ਪਿਆਰੇ ਸੰਤ ਜਨਾਂ ਦਾ ਬਚਨ ਮੰਨ ਲੈਂਦੇ ਹਨ। ਨਾਨਕ ਲੱਦੜੀਆ ਤੇ ਨਾਹਾ ਜਿਨਾ ਭਾਗ ਮਥਾਹੜੈ। ਤੇ ਅਗਲਾ ਬਚਨ ਸਤਿਗੁਰੂ ਕਹਿੰਦੇ ਨੇ ਰੱਬ ਦੇ ਫਿਰ ਸੰਤ ਜਨਾਂ ਦੇ ਬਚਨ ਮੰਨਣੇ ਨੇ, ਜਿਹੜਾ ਅਗਲਾ ਮਾਰਗ ਸਾਡਾ ਸੁਖੈਨ ਹੋ ਜਾਵੇਗਾ। ਤੇ ਪਰ ਨਾਲ ਹੀ ਇਹ ਬਚਨ ਕੀਤਾ, ਕਹਿੰਦੇ ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਹਰ ਇੱਕ ਨੂੰ ਪੂਰਨ ਸੰਤ ਨਹੀਂ ਮਿਲਦੇ, ਗੁਰਮੁਖ ਜਨ ਪੂਰਨ ਨਹੀਂ ਮਿਲਦੇ, ਬਹੁਤ ਅਧੂਰੇ ਸੰਸਾਰ ਵਿੱਚ ਹਨ। ਤੇ ਜਿਹੜੇ ਅਸਲੀ ਸੰਤ ਮਹਾਂਪੁਰਖ ਨੇ ਉਹਨਾਂ ਦੀ ਗਿਣਤੀ ਬੜੀ ਥੋੜ੍ਹੀ ਹੈ। ਕਹਿੰਦੇ ਉਹਨਾਂ ਦੇ ਮੱਥੇ ਦੇ ਭਾਗ ਚੰਗੇ ਹਨ, ਜਿਨ੍ਹਾਂ ਭਾਗ ਮਥਾਹੜੇ ਨਾਨਕ ਲੱਦੜੀਆ ਤਨਾ। ਉਹਨਾਂ ਨੂੰ ਕਹਿੰਦੇ ਫਿਰ ਰੱਬ ਦੇ ਪਿਆਰੇ ਸੰਤ ਜਨ ਗੁਰਮੁਖ ਜਨ ਮਿਲਦੇ ਨੇ, ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਹਨ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪ੍ਰਵਾਨ ਗਣੀ ਸਈ ਇਹ ਆਏ, ਸਫਲ ਤਿਨਾ ਕੇ ਕਾਮਾ। ਉਹ ਬਿਰਲੇ ਹਨ, ਹੈਣ ਬਿਰਲੇ ਨਾਹੀ ਘਣੇ। ਉਹ ਬਿਰਲੇ ਹਨ ਜਿਹੜੇ ਗੁਰੂ ਸਵਾਰੇ ਉਸ ਮਾਲਕ ਦੀ ਇਬਾਦਤ ਕਰਦੇ ਨੇ, ਜਿਹੜੇ ਆਪ ਪੂਰੇ ਨੇ। ਕਿਉਂਕਿ ਸੰਤ ਦੀ ਪਰਿਭਾਸ਼ਾ ਕੀ ਹੈ? ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਹਨ ਕਿ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਜਿਹੜਾ ਸਾਸ ਗਰਾਸ ਨਾਮ ਜਪਦੇ ਨੇ, ਹਰੀ ਦੇ ਨਾਮ ਨੂੰ ਆਪਣਾ ਮੰਤਰ ਬਣਾ ਲਿਆ, ਅਸਲ ਵਿੱਚ ਉਹ ਸੰਤ ਨੇ। ਜਿਨ੍ਹਾਂ ਦੇ ਅੰਦਰੋਂ ਤਮਾ ਖਤਮ ਹੋ ਗਈ, ਤ੍ਰਿਸ਼ਨਾ ਖਤਮ ਹੋ ਗਈ, ਜਿਨ੍ਹਾਂ ਦੇ ਅੰਦਰ ਸ਼ਾਂਤੀ ਪੈਦਾ ਹੋ ਗਈ ਹੈ, ਅਸਲ ਵਿੱਚ ਗੁਰੂ ਸਰ ਉਹ ਸੰਤ ਨੇ। ਇਹੋ ਜਿਹੇ ਕਹਿੰਦੇ, ਉਹੀ ਕਹਿੰਦੇ ਇਹੋ ਜਿਹੇ ਸੰਤ ਜਨਾਂ ਦੇ ਮਗਰ ਲੱਗਦੇ ਨੇ, ਜਿਨ੍ਹਾਂ ਦੇ ਉੱਤੇ ਕਹਿੰਦੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ। ਕਹਿੰਦੇ ਪਰ ਪੂਰਬਲੇ ਚੰਗੇ ਭਾਗਾਂ ਕਰਕੇ ਜਿਹਦੇ ਮੱਥੇ ਤੇ ਧੁਰੋਂ ਦਰਗਾਹੋਂ ਲੇਖ ਲਿਖਾਏ ਹੁੰਦੇ ਨੇ, ਉਹਨਾਂ ਨੂੰ ਐਸੇ ਗੁਰਮੁਖਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਮਹੱਲਾ ਪੰਜਵਾ। ਡੂੰਗਰ ਜਲਾ ਥਲਾ, ਭੂਮ ਬਨਾ ਫਲ ਕੰਦਰਾ। ਪਾਤਾਲਾ ਆਕਾਸ, ਪੂਰਨ ਹਬ ਘਟਾ। ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਦੱਸੋ, ਜਿਸ ਪਰਿਪੂਰਨ ਪਰਮਾਤਮਾ ਦੇ ਬਾਬਤ ਆਪ ਜੀ ਇਹ ਬਚਨ ਕਰਦੇ ਹਨ ਕਿ ਪਰਮਾਤਮਾ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ, ਸਤਿਗੁਰੂ ਉਹ ਕਿਹੜੀ ਕਿਹੜੀ ਥਾਂ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਕੱਲੀ ਕੱਲੀ ਥਾਂ ਦਾ ਵਰਣਨ ਕਰਦੇ ਹਨ। ਕਹਿੰਦੇ ਡੂੰਗਰ ਜਲਾ ਥਲਾ, ਭੂਮ ਬਨਾ ਫਲ ਕੰਦਰਾ। ਡੂੰਗਰ ਕਹਿੰਦੇ ਨੇ ਪਹਾੜ ਨੂੰ, ਵੱਡੇ ਵੱਡੇ ਪਹਾੜ, ਪਹਾੜਾਂ ਦੇ ਵਿੱਚ ਵੀ ਹੈ, ਜਲਾਂ ਵਿੱਚ ਵੀ ਹੈ,
ਥਲਾ ਜਿਹੜੇ ਰੇਤਲੇ ਇਲਾਕੇ ਨੇ, ਮਾਰੂਥਲ ਦਾ ਇਲਾਕਾ, ਰਾਜਸਥਾਨ ਦੀ ਧਰਤੀ, ਜਿੱਥੇ ਰੇਤਲੇ ਹਨ, ਰੇਤ ਹੀ ਰੇਤ ਹੈ, ਉੱਥੇ ਵੀ ਹੈ ਖੁਸ਼ਕ ਇਲਾਕਿਆਂ ਦੇ ਵਿੱਚ। ਅਤੇ ਭੂਮ, ਸਾਰੀ ਭੂਮੀ ਉੱਤੇ, ਬਨਾਂ ਜੰਗਲਾਂ ਦੇ ਵਿੱਚ, ਫਲਾਂ ਦੇ ਵਿੱਚ। ਅਤੇ ਕੰਦਰਾਂ ਕਹਿੰਦੇ ਨੇ, ਕੰਦਰ ਹੈ ਗੁਫਾ, ਕਿ ਗੁਫਾਵਾਂ ਦੇ ਵਿੱਚ ਵੀ ਉਹ ਪਰਮਾਤਮਾ ਹੀ ਹੈ। ਭਾਵ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਪਰਮਾਤਮਾ ਸਾਰੀਆਂ ਥਾਵਾਂ ਦੇ ਵਿੱਚ ਹੈ। ਅਤੇ ਸਤਿਗੁਰੂ ਹੋਰ ਕਿੱਥੇ ਕਿੱਥੇ ਹੈ? ਅਤੇ ਪਾਤਸ਼ਾਹ ਕਹਿੰਦੇ ਨੇ, ਪਾਤਾਲਾ ਆਕਾਸ ਪੂਰਨ ਹਬ ਘਟਾ। ਕਹਿੰਦੇ ਪਾਤਾਲ, ਪਤਾਲ ਲੋਕ ਦੇ ਵਿੱਚ ਵੀ ਜਿੰਨੇ ਵੀ ਪਤਾਲ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਿਣੇ ਕਵਾਦ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੱਖਾਂ ਪਤਾਲ ਲੱਖਾਂ ਆਕਾਸ਼, ਪਰ ਜਿੰਨੇ ਪਤਾਲ ਹਨ, ਜਿੰਨੇ ਆਕਾਸ਼ ਹਨ, ਉਹਨਾਂ ਸਾਰੇ ਆਕਾਸ਼ਾਂ ਵਿੱਚ, ਪਤਾਲਾਂ ਦੇ ਵਿੱਚ ਕਹਿੰਦੇ ਪੂਰਨ ਹਬ ਘਟਾ। ਕਹਿੰਦੇ ਇੱਕ, ਕਹਿੰਦੇ ਪਰਮੇਸ਼ਰ ਹੀ ਵਿਆਪਕ ਹੈ, ਸਾਰਿਆਂ ਦੇ ਵਿੱਚ ਉਹਦਾ ਵਾਸਾ ਹੈ, ਉਹ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਨਾਨਕ ਪੇਖ ਜੀਓ ਇਕਤ ਸੂਤ ਪਰੋਤਿਆ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਇਸ ਤਰ੍ਹਾਂ ਭਾਈ ਦੇਖਣਾ ਕਰ, ਇਕਤ ਸੂਤ ਪਰੋਤਿਆ। ਜਿਵੇਂ ਇੱਕ ਸੂਤ 'ਚ ਮੋਤੀ ਪਰੋ ਦਈਏ ਨਾ, ਅਤੇ ਉਹ ਵੱਡੀ ਮਾਲਾ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਇੱਕ ਸੂਤ ਦੇ ਵਿੱਚ ਹੀ ਪਰਮਾਤਮਾ ਨੇ ਇਹ ਜਿੰਨੇ ਵੀ ਜੀਵ ਪੈਦਾ ਕੀਤੇ ਨੇ, ਅਤੇ ਪਰਿਪੂਰਨ ਪਰਮਾਤਮਾ ਨੇ ਇਹ ਪਰੋਏ ਹੋਏ ਹਨ। ਜਿੰਨੀ ਆਪਾਂ ਸੰਸਾਰ ਦੇਖਦੇ ਹਾਂ, ਬਨਾਸਪਤੀ ਦੇਖਦੇ ਹਾਂ, ਵੱਡੇ ਵੱਡੇ ਗੁਰੂ ਸਾਹਿਬ ਪਹਾੜ ਦੇਖਦੇ ਹਾਂ, ਨਦੀਆਂ ਨਾਲੇ ਦੇਖਦੇ ਹਾਂ, ਇਹ ਸਾਰੇ ਉਸ ਮਾਲਕ ਦੇ ਇੱਕ ਸੂਤ 'ਚ ਪਰੋਤੇ ਹੋਏ ਹਨ। ਇੱਕ ਸੂਤ 'ਚ ਪਰੋ ਕੇ ਪਰਿਪੂਰਨ ਪਰਮਾਤਮਾ ਵਾਹਿਗੁਰੂ, ਜਦੋਂ ਫਿਰ ਪਰਮਾਤਮਾ ਨੇ ਇਹਨਾਂ ਦਾ ਖਾਤਮਾ ਕਰਨਾ ਹੁੰਦਾ ਹੈ ਸੰਸਾਰ ਤੋਂ, ਉਦੋਂ ਸੂਤ 'ਚ ਉਹ ਮੋਤੀ ਕੱਢ ਲੈਂਦਾ। ਮਾਲਾ ਟੁੱਟ ਗਈ ਨਾ, ਮਾਲਾ ਟੁੱਟੀ ਹੈ ਅਤੇ ਮੋਤੀ ਜਿਹੜੇ ਵੀ ਸਾਰੇ ਖਿਲਰ ਜਾਂਦੇ ਨੇ। ਇਸੇ ਤਰ੍ਹਾਂ ਹੀ ਜਦੋਂ ਜੀਵ ਦਾ ਸਮਾਂ ਆਉਂਦਾ ਨਾ, ਸੂਤ ਵਿੱਚੋਂ ਫਿਰ ਉਸ ਮੋਤੀ ਨੂੰ ਬਾਹਰ ਕੱਢ ਲੈਂਦਾ ਹੈ। ਬਾਹਰ ਕੱਢਦਾ ਅਤੇ ਆਪਾਂ ਕਹਿੰਦੇ ਫਲਾਣਾ ਚੜ੍ਹਾਈ ਕਰ ਗਿਆ, ਫਲਾਣੇ ਦੀ ਮੌਤ ਹੋ ਗਈ। ਅਸਲ 'ਚ ਉਹਦਾ ਸਮਾਂ ਪੂਰਾ ਹੋ ਗਿਆ, ਸਮਾਂ ਖਤਮ ਹੋਇਆ ਅਤੇ ਉਹ ਚਲਿਆ ਗਿਆ, ਕੋਈ ਨਹੀਂ ਮਰਦਾ। ਗੁਰਬਾਣੀ ਮਤਾ ਜੇ ਆਪਾਂ ਦੇਖੀ ਨਾ, ਗੁਰਬਾਣੀ ਕਹਿੰਦੀ ਹੈ ਕਿ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਕਹਿੰਦੇ ਮਰਦਾ ਕੌਣ ਭਾਈ? ਕੋਈ ਨਹੀਂ ਮਰਦਾ। ਕਹਿੰਦੇ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਗਿਆਨਵਾਨ ਪੁਰਸ਼ਾਂ ਨੂੰ ਪੁੱਛੋ, ਗੁਰਮੁਖਾਂ ਨੂੰ ਪੁੱਛੋ। ਉਹ ਕਹਿੰਦੇ ਇਹ ਚਲਤ ਭਿਆ, ਕਹਿੰਦੇ ਇਹ ਚਲਿਆ ਗਿਆ, ਭਾਵ ਇਸ ਮੁਸਾਫਰ ਸੀ, ਸਫ਼ਰ ਕਰਕੇ ਆਇਆ ਅਤੇ ਸਫ਼ਰ ਸਮਾਪਤ ਹੋਇਆ ਅਤੇ ਵਾਪਸ ਚਲਿਆ ਗਿਆ। ਫਿਰ ਮਰਦਾ ਕੀ ਹੈ? ਰੋਂਦੇ ਕਿਉਂ ਨਹੀਂ ਆਪਾਂ? ਫਿਰ ਇਹ ਵੀ ਸਵਾਲ ਹੈ ਨਾ। ਇਹ ਜੀਵ ਗਿਆ ਸੰਸਾਰ ਤੋਂ, ਕੂਚ ਕਰ ਗਿਆ, ਆਪਾਂ ਰੋਂਦੇ ਕਿਹਨੂੰ ਨੇ? ਅਤੇ ਰੋਂਦੇ ਆ ਸਰੀਰਾਂ ਨੂੰ। ਜਿੰਦ ਤਾਂ ਅਮਰ ਹੈ, ਜਿੰਦ ਨਹੀਂ ਮਰਦੀ। ਆਤਮਾ ਇੱਕ ਸਰੀਰ ਮਿਲਿਆ ਅਤੇ ਵਾਸ਼ਨਾ ਵੱਧਾ, ਫਿਰ ਅਗਲਾ ਜਿਹੜਾ ਦੂਜਾ ਸਰੀਰ ਪ੍ਰਾਪਤ, ਜਿੱਥੇ ਰੂਹ ਰਹਿ ਜਾਂਦੀ ਹੈ ਉਹੋ ਜਿਹਾ ਅੱਗੋਂ ਸਰੀਰ ਮਿਲ ਜਾਂਦਾ ਹੈ। ਸਰੀਰ ਜੇ ਅੱਗੋਂ ਆਪਾਂ ਇਹ ਸੋਚੀਏ ਕਿ ਸਰੀਰਾਂ ਨਾਲ ਸਾਡਾ ਮੋਹ ਹੈ, ਫਿਰ ਸਰੀਰ ਨੂੰ ਸਾੜਦੇ ਕਿਉਂ ਆ? ਜੋ ਜੀਵ ਚੜ੍ਹਾਈ ਕਰ ਗਿਆ ਨਾ, ਅਤੇ ਉਦੋਂ ਬਾਅਦ ਫਿਰ ਜੇ ਸਰੀਰਾਂ ਨਾਲ ਮੋਹ ਹੋਵੇ, ਫਿਰ ਸਰੀਰ ਨੂੰ ਸਾੜਿਆ ਕਿਉਂ ਜਾਂਦਾ ਹੈ? ਸੰਸਕਾਰ ਕਿਉਂ ਕੀਤਾ ਜਾਂਦਾ ਹੈ? ਸਰੀਰ ਦਾ ਵਜੂਦ ਉਦੋਂ ਤੱਕ ਹੈ ਜਦੋਂ ਤੱਕ ਇਸ ਸਰੀਰ ਵਿੱਚ ਜਿੰਦ ਜਾਨ ਹੈ। ਜਦੋਂ ਜਿੰਦ ਜਾਨ ਖਤਮ ਹੋ ਗਈ ਅਤੇ ਫਿਰ ਸਰੀਰ ਗੁਰੂ ਸਰੇ ਕੁਝ ਵੀ ਨਹੀਂ ਕਰ ਸਕਦਾ।
फिर उस शरीर विच उस शरीर नूं चुक के ਜਾਂ दफनाया जाता ਜਾਂ साड़िया जाता। तो सतगुरु कहते इस तरीके दे नाल कहते एक सूत विच सारे परोते हुए हैं। कहते कोई नहीं मरदा, जे आत्मा अमर है, शरीर मरदे ने, शरीर पहला ही मिट्टी है, एक दिन मिट्टी ने मिट्टी विच जाके रलना है। इस करके उस वाहिगुरु ने एक सारी कायनात जिहड़ी परोई हुई है। पौड़ी हर जी माता, हर जी पिता, हर जीओ प्रतपालक। सतगुरु जी अगले शब्द विच पौड़ी विच बचन करते हैं। कहते भाई उस मालक दा सिमरन कर, बंदगी कर किंज आखना कर कि हर जी माता, मेरा हरि ही मेरी माता है। हर जी पिता, हरि जी मेरे पिता हैं। हर जीओ प्रतपालक, हरि वाहिगुरु ही मेरी प्रतिपालना करने वाले हैं। हर जी मेरी सार करे, हम हर के बालक। हरि परमात्मा ही, हरि जी ही साडी मेरी सार संभाल करते हैं। वही संभाल करने वाला हम हर के बालक। जिन्ने भी आप तमाम जीव हाँ, बहुवचन आ गया। कहते ने फिर आप सारे उस हरि परमात्मा दे बालक बच्चे हैं। तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी थाई। तापो केहा कारा जियो, एक पिता एक सके हम बारक। तू मेरा गुरहाई, सुन मीता जियो हमारा। बल बल जासी, हर दर्शन देहो दिखाई। इंज गुरु सवारियो असी सारे उस हरि दे बच्चे हैं। पहला भी दास ने कई बार बेनती की है, एक पति पत्नी दे रिश्ते तो बिना आप सारे भैन भरा हाँ। वड्डे ने माता पिता दे समान हैं, छोटे ने बच्चियां दे समान हैं। आप सारे भैन भरा हैं। इस करके जिमें माता पिता अपने बच्चियां की संभाल करते हैं, इंज ही हरि परमात्मा साडी संभाल करने वाला है। इस करके हर जी मेरी सार करे, हरि वाहिगुरु मेरी सार संभाल करदा। हम हर के बालक, असी उस हरि दे बालक बच्चे हाँ। सहजे सहज खिलाएंदा, नहीं करदा आलक। देखो हरि दा सुभाअ किहो जिहा, जिवें एक मां दा सुभाअ हुंदा है। बच्चा घर में छोटा बच्चा है, बच्चा शरारत करदा ते मां बाप बच्चे नूं ताड़दे भी हैं। बच्चा शरारत करदा ते माता पिता नूं बड़े प्यार नाल खिडाउंदे ने, हसदे ने। अगों बच्चे दीयां खेडां ने। सहज वाली अवस्था एक मां दे विच है, पिता दे विच है, ते ओही अवस्था परमेश्वर दे विच है। परमेश्वर सहज वाली अवस्था विच रह के बड़े प्यार दे नाल, जिवें एक मां बाप बच्चे नूं खिडाउंदे ने ना, इंज सानू परमात्मा खिडा रहा है। नहीं करदा आलक, अकदा नहीं परमात्मा। हालांकि माँ बाप अक जाते हैं जो बार बार बच्चा गलती करे, बच्चा शरारत करे, तो माँ बाप कई बार चपेड़ा भी मार देंगे ने। पर परिपूर्ण परमात्मा वाहिगुरू खेडां खिडा रहा, वो अकदा नहीं गुरु सरे, वो आलस नहीं आण दिंदा। वो हर समय जीव दियां आप ही खिडाउंदा ते आप ही सब कुछ देखदा है। इस तरह वो परमात्मा कृपा करदा है। औगण को न चेतारदा, गल सेती लायक। किड्डा वड्डा समर्थ गुरु है परमेश्वर, किड्डा वड्डा है कि जदों वो बख्शिश करदा ना, बख्शिश, फिर उदों औगुणां नूं नहीं चितारदा। ये नहीं देखदा कि इहदे विच ये औगुणां दा भरिया है, मैं इहदे उत्ते बख्शिश नहीं करनी।
ਵੱਡੇ ਵੱਡੇ ਜਿਹੜੇ ਗੁਨਾਹਗਾਰ ਸਨ, ਔਗਣਾਂ ਦੇ ਭਰੇ ਹੋਏ ਸਨ, ਉਹਨਾਂ ਉੱਤੇ ਮਾਲਕ ਨੇ ਬਖਸ਼ਿਸ਼ ਕਰ ਦਿੱਤੀ। ਸਦਨੇ ਜੈਸੇ ਕਸਾਈ, ਜਿਹੜੇ ਨਿਤਾ ਪ੍ਰਤੀ ਗੁਰੂ ਸਾਰਿਓ ਜੀਵ ਹੱਤਿਆ ਕਰਕੇ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰਦੇ ਸਨ, ਉਹ ਸਦਨਾ ਕਸਾਈ ਉਹ ਵੀ ਰੱਬ ਦਾ ਪਿਆਰਾ ਭਗਤ ਬਣ ਗਿਆ। ਉਹਨੂੰ ਵੀ ਆਪਣੇ ਗਲ ਸੇਤੀ ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹਾਂ, ਤੇ ਇਸੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਗਤ ਸਦਨੇ ਜੀ ਦੀ ਬਾਣੀ ਸ਼ਬਦ ਹੈ। ਭਗਤ ਜੀ ਦਾ ਇੱਕ ਸ਼ਬਦ, ਨਿਰਪ ਕੰਨਿਆ ਕੈ ਕਾਰਨ ਹੈ ਭਈਆ ਭੇਖ ਧਾਰੀ, ਕਮਾਰਥੀ ਸਵਾਰਥੀ ਬਾਕੀ ਪੈਜ ਸਵਾਰੀ। ਇਹ ਭਗਤ ਜੀ ਦਾ ਸ਼ਬਦ ਹੈ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੇ ਹਾਂ ਤੇ ਭਗਤ ਸਦਨੇ ਨੂੰ ਵੀ ਮੱਥਾ ਟੇਕਿਆ ਜਾ ਰਿਹਾ। ਕਸਾਈ ਤੋਂ ਸਦਨਾ ਭਗਤ ਬਣਾ ਦਿੱਤਾ। ਇੰਜ ਪ੍ਰਮਾਤਮਾ ਔਗਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾ। ਕਿੰਨਿਆਂ ਦੀ ਗੱਲ ਕਰੀਏ, ਕਿੰਨੇ ਸਿੱਖ ਹੋਏ ਨੇ ਗੁਰੂ ਸਾਹਿਬਾਨ ਜਿਹੜੇ ਪਹਿਲਾਂ ਧਾੜਵੀ ਸਨ ਤੇ ਉਹਨਾਂ ਨੂੰ ਸਤਿਗੁਰੂ ਨੇ ਬਖਸ਼ਿਸ਼ ਕਰਕੇ ਆਪਣੇ ਗਲ ਨਾਲ ਲਾਇਆ। ਲੱਖੂ ਧਾੜਵੀ ਜੈਸੇ, ਬਾਬਾ ਵਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ। ਪਿਛੋਕੜ ਦੇਖੋ ਉਹਨਾਂ ਦਾ ਪਹਿਲਾਂ ਕੀ ਕੰਮ ਕਰਦੇ ਸੀ, ਚੋਰੀਆਂ ਕਰਦੇ ਸੀ। ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਤੱਕੀ, ਸਤਿਗੁਰਾਂ ਦੀ ਸ਼ਰਨ ਵਿੱਚ ਆਏ ਤੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਛੇਵੇਂ ਪਾਤਸ਼ਾਹ ਤੱਕ ਸੇਵਾ ਕੀਤੀ ਤੇ ਆਪਣਾ ਦਿਲ ਬਣਾ ਲਿਆ। ਸਤਿਗੁਰੂ ਜੀ ਨੇ ਸੰਬੰਧ ਹੈ ਤੇ ਸਤਿਗੁਰੂ ਨੇ ਵਚਨ ਕੀਤੇ ਸੀ ਕਿ ਤੁਹਾਡਾ ਤੇ ਸਾਡਾ ਸੰਬੰਧ ਇਹ ਰਹਿੰਦੀ ਦੁਨੀਆ ਤੱਕ ਰਹੇਗਾ। ਇਹ ਬਖਸ਼ਿਸ਼ ਕੀਤੀ ਸੀ ਪਾਤਸ਼ਾਹ ਨੇ। ਇਹ ਹੈ ਔਗਣ ਕੋ ਨਾ ਚਿਤਾਰਦਾ, ਔਗਣਾ ਨੂੰ ਚਿਤਾਰਦਾ ਪ੍ਰਮਾਤਮਾ, ਗਲ ਛੇਤੀ ਲਾ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ। ਉਹ ਵਾਹਿਗੁਰੂ ਇਸ ਤਰ੍ਹਾਂ ਬਖਸ਼ਿਸ਼ ਕਰਦਾ ਹੈ। ਮੋਹੇ ਮੰਗਾ ਸੋਈ ਦੇਵ ਦਾ, ਹਰ ਪਿਤਾ ਸੁਖ ਦਾਇਕ। ਜੋ ਮੂੰਹ ਮੰਗ ਲਿਆ, ਮੂੰਹ ਕੱਢ ਲਿਆ ਨਾ ਕਿ ਆ ਲੈਣਾ ਵਾਹਿਗੁਰੂ ਪਾਸੋਂ, ਫਿਰ ਆ ਲੈਣਾ ਹੈ, ਤੇ ਉਦੋਂ ਕਹਿੰਦੇ ਪਰਮਾਤਮਾ ਉਹੀ ਦੇ ਦਿੰਦਾ ਹੈ, ਉਹੀਓ ਦਿੰਦਾ। ਤੇ ਗੁਰੂ ਸਵਾਰਿਓ ਹਰ ਪਿਤਾ ਸੁਖ ਦਾਇ। ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਦਾ, ਬੱਚਿਆਂ ਨੂੰ ਪਤਾ ਹੁੰਦਾ ਮਾਂ ਬਾਪ ਨੂੰ ਕਿ ਮੇਰਾ ਹੁਣ ਜਿਹੜਾ ਇਹ ਬੱਚਾ ਹੈ, ਸਿਆਲਾਂ ਦੇ ਸਰਦੀ ਦੀ ਰੁੱਤ ਆ ਗਈ, ਬੱਚਿਆਂ ਨੂੰ ਗਰਮ ਵਸਤਰ ਚਾਹੀਦੇ ਨੇ, ਗਰਮੀ ਹੈ ਬੱਚਿਆਂ ਨੂੰ ਬਰੀਕ ਵਸਤਰ ਚਾਹੀਦੇ ਨੇ, ਠੰਡੇ ਵਸਤਰ ਚਾਹੀਦੇ ਹਨ, ਬੱਚਿਆਂ ਨੂੰ ਠੰਡੀਆਂ ਚੀਜ਼ਾਂ ਚਾਹੀਦੀਆਂ ਨੇ, ਆਹ ਚਾਹੀਦਾ। ਸਰਦੀਆਂ ਵਿੱਚ ਆਹ ਗਰਮ ਵਸਤੂਆਂ ਚਾਹੀਦੀਆਂ ਹਨ ਤੇ ਮਾਪੇ ਮਾਂ ਬਾਪ ਉਸ ਦਾ ਪ੍ਰਬੰਧ ਕਰਦੇ ਨੇ। ਇੰਝ ਹੀ ਪ੍ਰਮਾਤਮਾ ਕਰਦਾ ਹੈ। ਜੋ ਪ੍ਰਮਾਤਮਾ ਬਸ ਆਪਾਂ ਮੰਗ ਲਈਏ ਨਾ, ਉਹੀ ਸਾਨੂੰ ਦੇ ਦਿੰਦਾ। ਪਰ ਗੱਲ ਹੈ ਮੰਗਣ ਦੀ ਸਾਨੂੰ ਜਾਂਚ ਹੋਣੀ ਚਾਹੀਦੀ ਹੈ, ਮੰਗਣ ਦਾ ਤਰੀਕਾ ਹੋਣਾ ਚਾਹੀਦਾ। ਜਿਨ੍ਹਾਂ ਨੂੰ ਤਰੀਕਾ ਆ ਗਿਆ ਨਾ ਮੰਗਣ ਦਾ, ਫਿਰ ਉਹ ਵਾਹਿਗੁਰੂ ਨਾ ਉੱਤੇ ਐਡੀ ਵੱਡੀ ਬਖਸ਼ਿਸ਼ ਕਰ ਦਿੰਦਾ ਕਿ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿਣ ਦਿੰਦਾ। ਕਿਉਂਕਿ ਉਹ ਪਰਮਾਤਮਾ ਦੇ ਦਰ ਦੇ ਖਜ਼ਾਨੇ ਭਰੇ ਹੋਏ ਹਨ। ਉਹ ਤਾਂ ਫਿਰ ਲక్ష్ਮੀ ਤੋਟ ਨਾ ਆਵੇ, ਖਾਏ ਖਰਚ ਰਹੰਦਾ। ਇਹ ਬੈਰੀ ਮਿੱਤਰ ਸਭ ਕੀਤਿਆ, ਨਹਿ ਮੰਗੈ ਮੰਦਾ। ਇਹੋ ਜਿਹੀ ਅਵਸਥਾ ਬਣਾ ਦਿੰਦਾ ਹੈ। ਪਰ ਗੱਲ ਤਾਂ ਉਹਦਾ ਬੰਦਾ ਬਣਨ ਦੀ ਲੋੜ ਹੈ ਨਾ। ਉਹਦਾ ਬੰਦਾ ਜਦੋਂ ਬਣ ਗਏ ਆਪਾਂ, ਫਿਰ ਉਦੋਂ ਮਾਲਕ ਨੇ ਬਖਸ਼ਿਸ਼ ਕਰਨੀ ਹੈ। ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਤੇ ਬੰਦਾ ਬਣਨਾ ਬੜਾ ਔਖਾ। ਸਾਡਾ ਨਾਮ ਤਾਂ ਬੰਦਾ ਪੈ ਗਿਆ। ਮਨੁੱਖਾ ਜਨਮ ਧਾਰਨ ਕੀਤਾ, ਮਨੁੱਖ ਬੰਦਾ ਪੈ ਗਿਆ ਬੰਦਗੀ ਕਰਨ ਵਾਲਾ। ਤੇ ਮਾਫ ਕਰਨਾ, ਬੰਦਗੀ ਤੋਂ ਆਪਾਂ ਕੋਹਾਂ ਦੂਰ ਹਾਂ। ਤੇ ਮਨੁੱਖਾ ਜਨਮ ਮਿਲਿਆ, ਬਾਰ ਬਾਰ ਮਿਲਣ ਵਾਲਾ ਨਹੀਂ। ਇਸ ਕਰਕੇ ਜਿੰਨਾ ਸਮਾਂ ਆਪਾਂ ਕੱਢ ਸਕੀਏ, ਥੋੜ੍ਹਾ ਹੈ, ਜਿੰਨਾ ਵੀ ਸਮਾਂ ਕੱਢ ਸਕੀਏ ਨਾ ਆਪਾਂ ਜੀਵਨ 'ਚੋਂ, ਨਿੱਤ ਦਾ ਨਿਯਮ ਤਾਂ ਨਿਭਾਉਣਾ ਹੀ ਹੈ। 5 ਬਾਣੀਆਂ ਦਾ ਨਿਤਨੇਮ,
ਸੌਣ ਵੇਲੇ ਸੋਹਲਾ ਸਾਹਿਬ, ਰਹਿਰਾਸ ਸਾਹਿਬ ਦਾ ਪਾਠ ਤੇ ਹੋਰ ਬਾਣੀਆਂ ਪੜ੍ਹਨੀਆਂ। ਤੇ ਕੋਸ਼ਿਸ਼ ਕਰੋ ਘੱਟੋ ਘੱਟ ਸੁਬਾਹ ਸ਼ਾਮ 10-15 ਮਿੰਟ ਆਪਾਂ ਗੁਰਮੰਤਰ ਮੂਲ ਮੰਤਰ ਦਾ ਜਾਪ ਵੀ ਕਰੀਏ। ਸ਼ੁਰੂਆਤ ਕਰਨੀ ਸ਼ੁਰੂ ਕਰ ਦਈਏ, ਇੱਥੋਂ ਸ਼ੁਰੂ ਕਰੀਏ ਤੇ ਹੌਲੀ ਹੌਲੀ ਵੀ ਸਮਾਂ ਆਪ ਜਦੋਂ ਰਸ ਆਵੇਗਾ ਆਪਣੇ ਆਪ ਵੱਧ ਸਮਾਂ ਲੱਗੇਗਾ। ਤੇ ਫਿਰ ਗੁਰੂ ਦੀ ਕਿਰਪਾ, ਫਿਰ ਆਪਾਂ ਬੰਦੇ ਬਣਾਂਗੇ, ਅਸਲੀ ਬੰਦੇ ਫਿਰ ਹੋਵਾਂਗੇ। ਸੋ ਸਤਿਗੁਰੂ ਕਹਿੰਦੇ ਜੋ ਕਹਿੰਦੇ ਮੰਗਿਆ ਉਹੀ ਕਹਿੰਦੇ ਪਰਮਾਤਮਾ ਦੇ ਦਿੰਦਾ ਹੈ। ਹਰ ਪਿਤਾ ਸੁਖ ਹਰੀ ਹੀ ਸਾਡਾ ਪਿਤਾ ਹੈ, ਸੁਖਦਾਇਕ ਸੁਖ ਦੇਣ ਵਾਲਾ ਹੈ। ਗਿਆਨ ਰਾਸ ਮਨ ਤਨ ਨਾਮ ਤਨ ਸੌਂਪੇ ਓਨ, ਇਸ ਸੌਦੇ ਲਾਇਕ। ਕਹਿੰਦੇ ਗੁਰੂ ਨੇ ਕੀ ਕੀਤਾ, ਪਰਮੇਸ਼ਰ ਨੇ ਗਿਆਨ ਰਾਸ, ਗਿਆਨ ਦੀ ਰਾਸ ਨਾਮ ਰੂਪੀ ਧਨ ਇਹ ਸੌਂਪ ਦਿੱਤਾ। ਇਹ ਪੂੰਜੀ ਜਮ੍ਹਾਂ ਪੂੰਜੀ ਸੌਂਪੀ ਹੈ। ਕਹਿੰਦੇ ਇਹ ਜਿਹੜਾ ਇਹ ਇਸ ਸੌਦੇ ਲਾਇਕ, ਜਿਹੜਾ ਸੌਦਾ ਹੈ ਇਹ ਲਾਇਕ ਹੈ। ਇਹ ਸੌਦਾ ਕਰਨ ਦੇ ਨਾਲ ਸਾਨੂੰ ਮੁਨਾਫਾ ਹੋਵੇਗਾ, ਲਾਭ ਹੋਵੇਗਾ। ਕਿਉਂਕਿ ਜਿਹੜੇ ਸੰਸਾਰ 'ਚ ਬੰਦਾ ਕਾਰ ਵਿਹਾਰ ਕਰਦਾ, ਕਦੇ ਘਾਟਾ ਪੈ ਗਿਆ, ਕਦੇ ਮੁਨਾਫਾ ਹੋ ਗਿਆ, ਇਹ ਜ਼ਿੰਦਗੀ ਚੱਲਦਾ ਰਹਿੰਦਾ ਹੈ। ਪਰ ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਜਿੰਨਾ ਸਮਾਂ ਆਪਾਂ ਜਪ ਲਿਆ ਨਾ, ਸਾਨੂੰ ਲਾਹਾ ਹੀ ਮਿਲਣਾ, ਘਾਟਾ ਨਹੀਂ ਪਵੇਗਾ। ਸਾਂਝੀ ਗੁਰ ਨਾਲ ਬਹਾਲਿਆ, ਸਰਬ ਸੁਖ ਪਾਇਕ। ਸਾਂਝੀ ਕਹਿੰਦੇ ਨੇ ਭਾਈਵਾਲ। ਆਮ ਤੌਰ 'ਤੇ ਜਦੋਂ ਆਪਾਂ ਦੇਖਦੇ ਹਾਂ ਤੇ ਘਰਾਂ ਦੇ ਵਿੱਚ ਜ਼ਿਮੀਂਦਾਰ ਨੇ ਸਾਂਝੀ ਰੱਖੇ ਹੁੰਦੇ ਨੇ, ਜਿਹੜਾ ਸਾਰਾ ਘਰ ਦਾ ਕਾਰਜ ਕਰਦਾ, ਖੇਤਾਂ ਦਾ ਕੰਮ, ਪਸ਼ੂਆਂ ਦਾ ਕੰਮ ਕਰਨਾ। ਤੇ ਪਰ ਜੇ ਦੇਖਿਆ ਜਾਵੇ ਨਾ, ਬਹੁਤ ਕਈ ਪਰਿਵਾਰ ਇਹੋ ਜਿਹੇ ਹਨ ਕਿ ਸਾਂਝੀ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਪਰ ਸਾਂਝੀ ਦਾ ਮਤਲਬ ਭਾਈਵਾਲ, ਕਿ ਮੇਰਾ ਇਹ ਦੁੱਖ ਸੁੱਖ ਵਿੱਚ ਮੇਰਾ ਭਾਈਵਾਲ ਹੋਵੇਗਾ। ਤੇ ਗੁਰੂ ਸਵਾਰਿਓ, ਗੁਰੂ ਸਾਹਿਬਾਨ ਨੇ ਇੰਨਾ ਸਤਿਕਾਰ ਦੇਣਾ ਕੀਤਾ। ਕਹਿੰਦੇ ਦੇਖੋ ਪਰਮੇਸ਼ਰ ਨੇ ਐਡੀ ਵੱਡੀ ਬਖਸ਼ਿਸ਼ ਕੀਤੀ। ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੱਖ, ਗੁਰੂ ਦਾ ਭਾਈਵਾਲ ਬਣ ਗਿਆ। ਗੁਰੂ ਨੇ ਆਪਣੇ ਕੋਲ ਰੱਖ ਲਿਆ, ਗੁਰ ਨਾਲ ਬਹਾਲਿਆ। ਸਾਂਝੀ ਭਾਈਵਾਲ ਬਣਾ ਕੇ ਗੁਰ ਨਾਲ ਬਹਾਲਿਆ। ਕਹਿੰਦੇ ਗੁਰੂ ਦੇ ਨਾਲ ਬਹਾਲਿਆ, ਸਰਬ ਸੁੱਖ ਪਾਏ। ਜਿੱਥੋਂ ਕਹਿੰਦੇ ਸਾਰੇ ਸੁੱਖ ਪਾਇਕ ਪ੍ਰਾਪਤ ਹੁੰਦੇ ਹਨ। ਮੈਂ ਨਾਲੋਂ ਕਦੇ ਨਾ ਵਿਛੜੈ, ਹਰ ਪਿਤਾ ਸਭਨਾ ਗੱਲਾਂ ਲਾਇਕ। ਅਖੀਰਲੀ ਪੰਕਤੀ 'ਚ ਪਾਤਸ਼ਾਹ ਜੀ ਕਹਿੰਦੇ ਨੇ, ਇੰਝ ਬੇਨਤੀ ਕਰੋ ਭਾਈ ਪਰਮਾਤਮਾ ਦੇ ਚਰਨ 'ਚ ਆਖੋ ਕਿ ਮੈਂ ਨਾਲੋਂ ਕਦੇ ਨਾ ਵਿਛੜੈ। ਇਹ ਪਰਮਾਤਮਾ ਮੇਰੇ 'ਤੇ ਇੱਕ ਬਖਸ਼ਿਸ਼ ਕਰ, ਮੈਨੂੰ ਆਪਣੇ ਨਾਲੋਂ ਕਦੇ ਵੀ ਵਿਛੋੜਨਾ ਨਾ ਕਰ। ਆਪ ਜੀ ਮੇਰੇ ਪਿਤਾ ਜੀ ਹਨ, ਸਭਨਾ ਗੱਲਾਂ ਕਰਕੇ ਆਪ ਜੀ ਲਾਇਕ ਹੋ, ਸਮਰੱਥ ਹੋ, ਸਰਵ ਸ਼ਕਤੀਵਾਨ ਹੋ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। 21ਵੇਂ ਸ਼ਲੋਕ ਦੀ ਸਮਾਪਤੀ ਹੋਈ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ ਅਖੀਰਲੀਆਂ